ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅੰਮ੍ਰਿਤਪਾਲ ਸਿੰਘ ਦੇ ਆਈਪੀ ਐਡਰੈਸ ਹੋਏ ਟ੍ਰੇਸ, ਪੰਜਾਬ ਦੇ ਡੇਰਿਆਂ ਤੇ ਛਾਪੇਮਾਰੀ, ਸੜਕਾਂ ਤੇ ਆਏ ਅੰਤਰਰਾਸ਼ਟਰੀ ਵਿਦਿਆਰਥੀ, ਮੰਗੇ ਹੱਕ, ਕੈਨੇਡਾ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ। ਮਿਨੀਮਮ ਵੇਜ ਵਿੱਚ ਵਾਧੇ ਦਾ ਐਲਾਨ, ਹੁਣ $16.55 ਪ੍ਰਤੀ ਘੰਟਾ ਹੋਵੇਗੀ ਮਿਨੀਮਮ ਵੇਜ। ਕੈਨੇਡਾ ਬਾਰਡਰ ਨੇੜਿਓਂ ਮਿਲੀਆਂ 6 ਲਾਸ਼ਾਂ, ਅਧਿਕਾਰੀਆਂ ਨੇ ਦਿੱਤੀ ਜਾਣਕਾਰੀ। ਅੰਮ੍ਰਿਤਪਾਲ ਸਿੰਘ ਦੇ ਕਈ ਆਈਪੀ ਐਡਰੈਸ ਟ੍ਰੇਸ ਕੀਤੇ ਗਏ ਤੇ ਨਾਲ ਹੀ ਪੰਜਾਬ ਦੇ ਕਈ ਡੇਰਿਆਂ ਦੇ ਉੱਪਰ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਹੁਣ ਸਖਤੀ ਦੇ ਨਾਲ ਕਾਰਵਾਈ ਕਰ ਰਹੇ ਨੇ। ਅੱਜ ਪੂਰਾ ਦਿਨ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੀਆਂ ਹੋਈਆਂ ਕੀ ਅਪਡੇਟਸ ਸਾਹਮਣੇ ਆਈਆਂ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੀਆਂ ਹੋਈਆਂ ਪੰਜਾਬ ਤੋਂ ਅੱਜ ਵੀ ਕੁਝ ਅਪਡੇਟਸ ਸਾਹਮਣੇ ਆਈਆਂ, ਜਿੱਥੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਹੁਣ ਜਾਂਚ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਅੰਮ੍ਰਿਤਪਾਲ ਸਿੰਘ ਦੀਆਂ ਜੋ ਵੀਡੀਓ ਸਾਹਮਣੇ ਆਈਆਂ, ਉਸ ਤੋਂ ਬਾਅਦ ਪੁਲਿਸ ਐਕਸ਼ਨ ਵਿੱਚ ਦਿਖਾਈ ਦਿੱਤੀ, ਜਿੱਥੇ ਉਹਨਾਂ ਨੇ ਡੇਰਿਆਂ ਵਿੱਚ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਜੀ ਹਾਂ, ਅੰਮ੍ਰਿਤਪਾਲ ਸਿੰਘ ਦੀਆਂ ਕੁਝ ਵੀਡੀਓਜ਼ ਸਾਹਮਣੇ ਆਈਆਂ, ਜਿਸ ਤੋਂ ਬਾਅਦ ਪੰਜਾਬ ਪੁਲਿਸ ਐਕਸ਼ਨ ਵਿੱਚ ਹੈ। ਲਗਾਤਾਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਹੁਣ ਤੱਕ ਪੰਜਾਬ ਦੇ 300 ਤੋਂ ਵੱਧ ਡੇਰਿਆਂ ਤੇ ਸਰਚ ਆਪਰੇਸ਼ਨ ਚਲਾਇਆ ਗਿਆ। ਸੂਤਰਾਂ ਦੇ ਹਵਾਲੇ ਤੋਂ ਜੋ ਜਾਣਕਾਰੀ ਸਾਹਮਣੇ ਆਈ, ਉਸ ਮੁਤਾਬਕ ਦੱਸਿਆ ਗਿਆ ਕਿ ਕਪੂਰਥਲਾ, ਹੁਸ਼ਿਆਰਪੁਰ, ਤਰਨਤਾਰਨ, ਬਠਿੰਡਾ, ਜਲੰਧਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਡੇਰਿਆਂ ਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਸੋਰਸਿਸ ਤੋਂ ਹੀ ਪਤਾ ਚੱਲਿਆ ਕਿ ਆਲੇ ਦੁਆਲੇ ਦੇ ਸਾਰੇ ਕੈਂਪਾਂ ਵਿੱਚ ਨੀਮ ਫੌਜੀ ਵੱਲੋਂ ਸਥਾਨਕ ਪੁਲਿਸ ਅਤੇ ਖਾਸ ਤੌਰ ਤੇ ਡਰੋਨ ਰਾਹੀਂ ਤਲਾਸ਼ੀ ਲਈ ਜਾ ਰਹੀ ਹੈ। ਇਸ ਦੇ ਨਾਲ ਹੀ ਇੱਕ ਅਪਡੇਟ ਸਾਹਮਣੇ ਆਈ, ਜਿੱਥੇ ਸਾਈਬਰ ਸੈੱਲ ਵੱਲੋਂ ਜਾਣਕਾਰੀ ਦਿੱਤੀ ਗਈ। ਸਾਈਬਰ ਸੈੱਲ ਵੱਲੋਂ ਕਈ ਆਈਪੀ ਐਡਰੈਸ ਟ੍ਰੇਸ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਹੁਣ ਤੱਕ 10 ਆਈਪੀ ਐਡਰੈਸਸ ਦੀ ਪਹਿਚਾਣ ਹੋ ਚੁੱਕੀ ਹੈ। ਇਹ ਆਈਪੀ ਐਡਰੈਸ ਕੈਨੇਡਾ, ਯੂਕੇ, ਆਸਟ੍ਰੇਲੀਆ, ਅਮਰੀਕਾ, ਜਰਮਨੀ ਅਤੇ ਦੁਬਈ ਦੇ ਦੱਸੇ ਜਾ ਰਹੇ ਨੇ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ ਵਿੱਚ ਹੁਣ ਵਿਦਿਆਰਥੀ ਪ੍ਰਦਰਸ਼ਨ ਕਰਦੇ ਹੋਏ ਦਿਖਾਈ ਦੇ ਰਹੇ ਨੇ। ਇਹਨਾਂ ਵਿਦਿਆਰਥੀਆਂ ਦੇ ਜੋ ਆਫਰ ਲੈਟਰ ਸਨ ਉਹ ਨਕਲੀ ਨਿਕਲੇ, ਜਿਸ ਤੋਂ ਬਾਅਦ 700 ਦੇ ਕਰੀਬ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ ਸਾਹਮਣੇ ਆਇਆ। ਪਰ ਹੁਣ ਇਹ ਵਿਦਿਆਰਥੀ ਕਹਿ ਰਹੇ ਨੇ ਕਿ ਉਹ ਬੇਕਸੂਰ ਹਨ, ਕਿਉਂਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੇ ਆਫਰ ਲੈਟਰ ਨਕਲੀ ਹਨ। ਆਪਣੇ ਹੱਕਾਂ ਵਾਸਤੇ ਵਿਦਿਆਰਥੀ ਸੜਕਾਂ ਦੇ ਉੱਪਰ ਉਤਰੇ ਨੇ, ਜਿਨ੍ਹਾਂ ਵੱਲੋਂ ਆਪਣੇ ਹੱਕ ਜਾਣ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਬਹੁਤ ਸਾਰੇ ਵਿਦਿਆਰਥੀਆਂ ਦੇ ਆਫਰ ਲੈਟਰ ਨਕਲੀ ਨਿਕਲੇ, ਜਿਸ ਤੋਂ ਬਾਅਦ ਕਈ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੀ ਵੀ ਖਬਰ ਸਾਹਮਣੇ ਆਈ। ਹੁਣ ਜਾਲੀ ਆਫਰ ਲੈਟਰ ਜ਼ਰੀਏ ਕੈਨੇਡਾ ਸਟੱਡੀ ਪਰਮਿਟ ਤੇ ਆਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੁਝ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਟੋਰਾਂਟੋ ਦੇ ਡਾਊਨਟਾਊਨ ਵਿੱਚ IRCC ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਇਹਨਾਂ ਵਿਦਿਆਰਥੀਆਂ ਵਿੱਚੋਂ ਕੁਝ ਨੂੰ ਕੈਨੇਡਾ ਛੱਡ ਭਾਰਤ ਚਲੇ ਜਾਣ ਦੇ ਆਦੇਸ਼ ਵੀ ਦੇ ਦਿੱਤੇ ਗਏ ਨੇ ਤੇ ਹੁਣ ਇਹ ਵਿਦਿਆਰਥੀ ਲਗਾਤਾਰ ਆਪਣਾ ਪੱਖ ਰੱਖ ਰਹੇ ਨੇ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਕੋਈ ਵੀ ਕਸੂਰ ਨਹੀਂ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿੱਥੇ ਦੱਸਿਆ ਗਿਆ ਕਿ ਕੈਨੇਡਾ ਤੋਂ 700 ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਇਸ ਦਾ ਕਾਰਨ ਹੈ ਕਿ ਇਹਨਾਂ ਵਿਦਿਆਰਥੀਆਂ ਦੇ ਆਫਰ ਲੈਟਰ ਨਕਲੀ ਨਿਕਲੇ, ਜਿਸ ਤੋਂ ਬਾਅਦ ਇਹ ਵੀ ਦੱਸਿਆ ਗਿਆ ਕਿ ਇਹ ਵਿਦਿਆਰਥੀ ਆਪਣਾ ਬਚਾਅ ਕਿਵੇਂ ਕਰ ਸਕਦੇ ਨੇ। ਕਈ ਮੰਤਰੀ ਵੀ ਉਹਨਾਂ ਦੇ ਹੱਕ ਦੇ ਵਿੱਚ ਆਏ, ਪਰ ਹੁਣ ਇਹਨਾਂ ਵਿਦਿਆਰਥੀਆਂ ਵੱਲੋਂ ਲਗਾਤਾਰ ਇਸ ਗੱਲ ਨੂੰ ਲੈ ਕੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਉਹ ਬੇਕਸੂਰ ਹਨ। ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਨਾਲ ਧੋਖਾ ਹੋ ਰਿਹਾ, ਕਿਉਂਕਿ ਇਹ ਵਿਦਿਆਰਥੀ ਕਈ ਲੱਖਾਂ ਲਗਾ ਕੇ ਹੀ ਕੈਨੇਡਾ ਵਿੱਚ ਆਪਣੇ ਚੰਗੇ ਭਵਿੱਖ ਨੂੰ ਲੈ ਕੇ ਆਏ ਨੇ ਤੇ ਹੁਣ ਇਹਨਾਂ ਵੱਲੋਂ ਆਪਣੇ ਹੱਕਾਂ ਲਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿੱਥੇ ਮੰਗ ਹੈ ਕਿ ਉਹ ਬੇਕਸੂਰ ਹਨ ਤੇ ਉਹਨਾਂ ਨੂੰ ਇਸ ਤਰ੍ਹਾਂ ਡਿਪੋਰਟ ਨਾ ਕੀਤਾ ਜਾਵੇ। Students are exploited through the extremely high costs of tuition, vulnerable immigration status, labor exploitation due to restricted work permits, deprofessionalization, devalued work and educational experience, and family separation, among many others, and many more issues. Let's all together oppose the commodification of people for profit. International students are not for profit. We call on support and not punishment. Today, as we are here advocating to stop the deportation of 700 international students, we call on all Filipinos and allies in Canada to support our calls for regularization, which will help undocumented migrants, students, and everyone who are here under temporary permits
and are at risk of becoming undocumented. ਦੇਸ਼ ਭੈਣ ਧੱਕੇ ਬਾਹਰ ਮਿਲੇ ਢੋਈ ਨਾ ਤੇ ਉਹ ਨਾਰਾ ਅੱਜ ਪੂਰੀ ਇੱਕ ਸਦੀ ਬਾਅਦ ਫੇਰ ਅਸੀਂ ਗੁੰਜਾ ਰਹੇ ਆ। ਉਹ ਸਾਨੂੰ ਕਿਉਂ ਲੋੜ ਪੈ ਰਹੀ ਆ? ਉਹ ਵਿਦਿਆਰਥੀ ਜਿਹੜੇ ਇੱਥੇ ਪੜ੍ਹਨ ਆਉਂਦੇ ਆ, ਉਹ ਵਿਦਿਆਰਥੀ ਜਿਹੜੇ ਆਪਦਾ ਬੈਟਰ ਫਿਊਚਰ ਬਣਾਉਣ ਆਉਂਦੇ ਆ, ਉਹ ਸੜਕਾਂ ਦੇ ਉੱਤੇ ਆਉਣ ਲਈ ਕਿਉਂ ਮਜਬੂਰ ਨੇ? ਇਹ ਪੰਜਾਬ ਦੀ ਉਹ ਸਰਕਾਰ ਜਿਹੜੀ ਕਹਿੰਦੀ ਹੈ ਕਿ ਬਾਹਰੋਂ ਗੋਰੇ ਆਉਣਗੇ, ਉਹ ਇੱਥੇ ਪੰਜਾਬ ਦੇ ਵਿੱਚ ਨੌਕਰੀਆਂ ਕਰਨਗੇ। ਉਹਨਾਂ ਨੂੰ ਦੇਖ ਲੈਣਾ ਚਾਹੀਦਾ ਕਿ ਤੁਹਾਡੇ ਦੇਸ਼ ਦਾ ਭਵਿੱਖ ਕਿੱਦਾਂ ਵਿਦੇਸ਼ਾਂ ਦੇ ਵਿੱਚ ਰੁਲ ਰਿਹਾ ਹੈ। ਉਹ ਇਹਨਾਂ ਨੂੰ ਝਾਤ ਮਾਰਨੀ ਚਾਹੀਦੀ ਆ। ਉਹ ਨਰਿੰਦਰ ਮੋਦੀ ਜਿਹਨੂੰ ਵਿਸ਼ਵ ਗੁਰੂ ਕਿਹਾ ਜਾਂਦਾ, ਉਹਨੂੰ ਦੇਖ ਲੈਣਾ ਚਾਹੀਦਾ ਕਿ ਤੂੰ ਵਿਸ਼ਵ ਗੁਰੂ ਜਿਹੜਾ ਖੌਤੀ ਵਿਸ਼ਵ ਗੁਰੂ ਆ, ਕਿ ਤੁਹਾਡੀਆਂ ਅਥਾਰਟੀਆਂ ਇੱਥੇ ਨਹੀਂ ਬੈਠੀਆਂ। ਮਿਨੀਮਮ ਵੇਜ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਜੋ ਕਿ ਹੁਣ $16.55 ਪ੍ਰਤੀ ਘੰਟਾ ਹੋਣ ਜਾ ਰਹੀ ਹੈ। ਇਸ ਬਾਰੇ ਕੈਨੇਡਾ ਦੇ ਇੱਕ ਸੂਬੇ ਤੋਂ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਹੁਣ ਮਿਨੀਮਮ ਵੇਜ ਵਿੱਚ ਵੱਡਾ ਵਾਧਾ ਕੀਤਾ ਜਾ ਰਿਹਾ ਹੈ। 1 ਅਕਤੂਬਰ ਤੋਂ ਮਿਨੀਮਮ ਵੇਜ ਵਿੱਚ ਹੁਣ ਵਾਧਾ ਕੀਤਾ ਜਾ ਰਿਹਾ ਹੈ। ਓਨਟਾਰੀਓ ਵਿੱਚ ਮਿਨੀਮਮ ਵੇਜ $16.55 ਪ੍ਰਤੀ ਘੰਟਾ ਹੋਣ ਜਾ ਰਹੀ ਹੈ। ਜੀ ਹਾਂ, ਓਨਟਾਰੀਓ ਤੋਂ ਮਿਨੀਮਮ ਵੇਜ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਜਿੱਥੇ 1 ਅਕਤੂਬਰ ਤੋਂ ਮਿਨੀਮਮ ਵੇਜ ਨੂੰ ਵਧਾਇਆ ਜਾ ਰਿਹਾ ਹੈ ਜੋ ਕਿ ਮੌਜੂਦਾ ਸਮੇਂ $15.50 ਪ੍ਰਤੀ ਘੰਟਾ ਹੈ। ਇਸ ਵਿੱਚ ਹੁਣ 6.8% ਦਾ ਵਾਧਾ ਕੀਤਾ ਗਿਆ ਜਿਸ ਤੋਂ ਬਾਅਦ ਮਿਨੀਮਮ ਵੇਜ $16.55 ਹੋਣ ਜਾ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਵਾਧੇ ਦਾ ਮਤਲਬ ਹੈ ਕਿ ਕੋਈ ਵਿਅਕਤੀ ਜਿਹੜਾ ਘੱਟ ਤੋਂ ਘੱਟ ਵੇਜ ਤੇ ਹਫ਼ਤੇ ਵਿੱਚ 40 ਘੰਟੇ ਕੰਮ ਕਰ ਰਿਹਾ ਉਸ ਦੀ ਤਨਖਾਹ ਵਿੱਚ ਕਰੀਬ $2,200 ਦਾ ਵਾਧਾ ਹੋਵੇਗਾ। ਲੇਬਰ ਹੱਕਾਂ ਦੀ ਵਕਾਲਤ ਕਰਨ ਵਾਲੇ ਅਤੇ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਮਿਨੀਮਮ ਵੇਜ $20 ਪ੍ਰਤੀ ਘੰਟਾ ਕਰ ਦੇਣੀ ਚਾਹੀਦੀ ਹੈ। ਲੇਬਰ ਮਿਨਿਸਟਰ ਨੇ ਕਿਹਾ ਕਿ 1 ਅਕਤੂਬਰ ਤੋਂ ਲਾਗੂ ਹੋ ਰਹੀ ਇਸ ਵਾਧੇ ਨਾਲ ਲੋਕਾਂ ਨੂੰ ਵਧਦੀ ਮਹਿੰਗਾਈ ਸੰਬੰਧੀ ਨਜਿੱਠਣ ਵਿੱਚ ਮਦਦ ਮਿਲੇਗੀ। ਦੱਸ ਦਈਏ ਕਿ ਯੂਕੌਨ ਵਿੱਚ ਮਿਨੀਮਮ ਵੇਜ $16.77 ਹੈ ਤੇ ਫੈਡਰਲ ਸਰਕਾਰ ਦੀ ਪ੍ਰਤੀ ਘੰਟਾ ਮਿਨੀਮਮ ਵੇਜ $16.65 ਹੈ। ਇਸ ਬਾਰੇ ਕਿਹਾ ਜਾ ਰਿਹਾ ਹੈ ਕਿ ਸਰਕਾਰ ਇੱਕ ਪੋਰਟੇਬਲ ਬੈਨੀਫਿਟ ਪਲਾਨ ਤੇ ਵੀ ਕੰਮ ਕਰ ਰਹੀ ਹੈ ਜਿਸ ਅਧੀਨ ਹੈਲਥ ਅਤੇ ਡੈਂਟਲ ਕੇਅਰ ਦੇ ਬੈਨੀਫਿਟ ਕੰਮਕਾਜ ਦੀ ਥਾਂ ਦੀ ਬਜਾਏ ਵਰਕਰਾਂ ਨਾਲ ਜੁੜੇ ਹੋਣਗੇ। ਕਿਹਾ ਜਾ ਰਿਹਾ ਹੈ ਕਿ ਵੇਜ ਵਾਧਾ 1 ਅਕਤੂਬਰ ਤੋਂ ਇਸ ਕਰਕੇ ਲਾਗੂ ਕੀਤਾ ਜਾ ਰਿਹਾ ਹੈ ਤਾਂ ਕਿ ਕਾਰੋਬਾਰਾਂ ਨੂੰ ਇਸ ਦੇ ਅਨੁਕੂਲ ਹੋਣ ਵਾਸਤੇ ਸਮਾਂ ਮਿਲ ਸਕੇ। ਸਾਲ 2018 ਵਿੱਚ ਚੋਣ ਜਿੱਤਣ ਤੋਂ ਬਾਅਦ ਫੋਰਡ ਸਰਕਾਰ ਨੇ ਪ੍ਰਤੀ ਘੰਟਾ ਮਿਨੀਮਮ ਵੇਜ ਨੂੰ $14 ਤੇ ਰੋਕ ਦਿੱਤਾ ਸੀ। ਫਿਰ ਪਿਛਲੇ ਸਾਲ ਜਨਵਰੀ ਵਿੱਚ ਸਰਕਾਰ ਨੇ ਮਿਨੀਮਮ ਵੇਜ ਨੂੰ ਵਧਾ ਕੇ $15 ਪ੍ਰਤੀ ਘੰਟਾ ਕਰ ਦਿੱਤਾ ਸੀ ਤੇ ਹੁਣ ਜੋ ਓਨਟਾਰੀਓ ਸੂਬੇ ਤੋਂ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਮਿਨੀਮਮ ਵੇਜ ਵਿੱਚ ਵਾਧਾ ਕੀਤਾ ਜਾ ਰਿਹਾ ਹੈ। 1 ਅਕਤੂਬਰ ਤੋਂ ਮਿਨੀਮਮ ਵੇਜ $16.55 ਹੋ ਜਾਵੇਗੀ। ਦੱਸ ਦਈਏ ਕਿ ਮਿਨੀਮਮ ਵੇਜ ਦੇ ਪੱਖ ਤੋਂ ਹੁਣ ਓਨਟਾਰੀਓ ਦੂਸਰੇ ਨੰਬਰ ਤੇ ਹੈ ਜਿੱਥੇ ਸਭ ਤੋਂ ਵੱਧ ਮਿਨੀਮਮ ਵੇਜ ਹੈ। ਕੈਨੇਡਾ ਬਾਰਡਰ ਨੇੜਿਓਂ 6 ਲਾਸ਼ਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ। ਇਹ ਸਰਹੱਦ ਅਮਰੀਕਾ ਦੇ ਨੇੜੇ ਲੱਗਦੀ ਹੈ। ਅਧਿਕਾਰੀਆਂ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਪਰ ਪੀੜਤਾਂ ਦੀ ਪਹਿਚਾਣ ਨਹੀਂ ਦੱਸੀ ਗਈ। ਕੈਨੇਡਾ ਸਰਹੱਦ ਨੇੜਿਓਂ 6 ਲਾਸ਼ਾਂ ਮਿਲੀਆਂ ਨੇ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਦਰਅਸਲ ਅਮਰੀਕਾ ਨਾਲ ਲੱਗਦੀ ਕੈਨੇਡਾ ਸਰਹੱਦ ਦੇ ਨੇੜਿਓਂ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਬਾਰੇ ਅਧਿਕਾਰੀਆਂ ਵੱਲੋਂ ਹੁਣ ਤੱਕ ਦੀ ਅਪਡੇਟ ਦਿੱਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਿਊਯਾਰਕ ਰਾਜ ਦੇ ਨਾਲ ਕੈਨੇਡਾ ਦੀ ਸਰਹੱਦ ਨੇੜੇ ਕਿਊਬਿਕ ਦੇ ਇੱਕ ਦਲਦਲੀ ਖੇਤਰ ਵਿੱਚ 6 ਲਾਸ਼ਾਂ ਮਿਲੀਆਂ ਨੇ। ਪੁਲਿਸ ਦਾ ਕਹਿਣਾ ਹੈ ਕਿ ਉਹ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਵਾਸਤੇ ਪੋਸਟਮਾਰਟਮ ਨਤੀਜਿਆਂ ਦੀ ਉਡੀਕ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਅਜੇ ਤੱਕ ਮ੍ਰਿਤਕਾਂ ਦੀ ਪਹਿਚਾਣ ਨਹੀਂ ਹੋ ਸਕੀ ਜਿਸ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਕਿ ਉਹ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀ ਸਨ ਜਾਂ ਫਿਰ ਨਹੀਂ। ਪੁਲਿਸ ਨੇ ਸੋਸ਼ਲ ਮੀਡੀਆ ਦੇ ਰਾਹੀਂ ਵੀ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਦੱਸਿਆ ਕਿ ਪਹਿਲੀ ਲਾਸ਼ ਸ਼ਾਮ 5 ਵਜੇ ਦੇ ਕਰੀਬ ਕਿਊਬਿਕ ਦੇ ਅੰਦਰ ਦਲਦਲੀ ਖੇਤਰ ਵਿੱਚ ਮਿਲੀ। ਫਿਲਹਾਲ ਇਸ ਸਮੇਂ ਜਨਤਾ ਨੂੰ ਕੋਈ ਵੀ ਖਤਰਾ ਨਹੀਂ ਹੈ। ਇਸ ਦੀ ਪੁਸ਼ਟੀ ਵੀ ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਗਈ। ਪਿਛਲੇ ਮਹੀਨੇ ਪੁਲਿਸ ਸੇਵਾ ਅਤੇ ਸੇਂਟ ਕਿਬਾਇਲੀ ਪੁਲਿਸ ਨੇ ਜ਼ਮੀਨਾਂ ਤੇ ਜਲ ਮਾਰਗਾਂ ਰਾਹੀਂ ਗੈਰ ਕਾਨੂੰਨੀ ਐਂਟਰੀ ਵਿੱਚ ਇੱਕ ਤਾਜ਼ਾ ਵਾਧਾ ਦਰਜ ਕੀਤਾ। ਬਿਆਨ ਦੇ ਵਿੱਚ ਦੱਸਿਆ ਗਿਆ ਕਿ ਕੁਝ ਪ੍ਰਵਾਸੀਆਂ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਜ਼ਰੂਰਤ ਹੈ। ਜਨਵਰੀ ਵਿੱਚ ਫੋਰਸ ਨੇ ਨੋਟ ਕੀਤਾ ਕਿ ਮਨੁੱਖੀ ਤਸਕਰੀ ਵਿੱਚ ਸ਼ਾਮਿਲ ਲੋਕਾਂ ਨੇ ਖੇਤਰ ਵਿੱਚ ਨਦੀ ਦੇ ਨਾਲ ਕਿਨਾਰਿਆਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਸੀ। ਦੱਸਣਯੋਗ ਹੈ ਕਿ ਯੂਐਸ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਹਫ਼ਤੇ ਇੱਕ ਇਮੀਗ੍ਰੇਸ਼ਨ ਸਮਝੌਤੇ ਦੇ ਉੱਪਰ ਆਪਣਾ ਪੱਖ ਰੱਖਿਆ
ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਹੁਣ ਰੌਕਸਮ ਰੋਡ ਨੂੰ ਬੰਦ ਕੀਤਾ ਜਾ ਰਿਹਾ ਹੈ। ਰੋਜਰ ਸ਼ੋਅ ਦੇ ਰਲੀਵੇਂ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਵੱਡੀਆਂ ਨੈਟਵਰਕ ਕੰਪਨੀਆਂ ਹੁਣ ਮਿਲਣ ਜਾ ਰਹੀਆਂ ਹਨ, ਜਿਸ ਬਾਰੇ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ। ਇਸ ਬਾਰੇ ਕੀ ਹੈ ਪੂਰੀ ਡਿਟੇਲ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਦੋ ਵੱਡੀਆਂ ਨੈਟਵਰਕ ਕੰਪਨੀਆਂ ਦਾ ਰਲੀਵਾਂ ਹੋਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਕੁਝ ਸ਼ਰਤਾਂ ਲਾਗੂ ਕੀਤੀਆਂ ਗਈਆਂ। ਜੀ ਹਾਂ, ਰੋਜਰਸ ਸ਼ਾਅ ਰਲੀਵੇਂ ਨੂੰ ਹੁਣ ਮਨਜ਼ੂਰੀ ਮਿਲ ਗਈ ਹੈ, ਪਰ ਇਸ ਬਾਤ ਤੇ ਕੁਝ ਸ਼ਰਤਾਂ ਲਾਗੂ ਕੀਤੀਆਂ ਗਈਆਂ। ਫੈਡਰਲ ਸਰਕਾਰ ਵੱਲੋਂ ਹੁਣ ਰਲੀਵੇਂ ਨੂੰ ਲੈ ਕੇ ਮਨਜ਼ੂਰੀ ਦੇ ਦਿੱਤੀ ਗਈ ਹੈ, ਪਰ ਖਪਤਕਾਰਾਂ ਵਾਸਤੇ ਇਸ ਨੂੰ ਇੱਕ ਚੰਗਾ ਸਮਝੌਤਾ ਯਕੀਨੀ ਬਣਾਉਣ ਲਈ ਸਰਕਾਰ ਨੇ ਕੁਝ ਸ਼ਰਤਾਂ ਵੀ ਲਾਗੂ ਕੀਤੀਆਂ। ਇਨੋਵੇਸ਼ਨ, ਸਾਇੰਸ ਐਂਡ ਇੰਡਸਟਰੀ ਮਿਨਿਸਟਰ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਰਲੀਵੇਂ ਨੂੰ ਮਨਜ਼ੂਰੀ ਦੇਣ ਦਾ ਐਲਾਨ ਕੀਤਾ। ਇਸ ਡੀਲ ਦੇ ਹਿੱਸੇ ਵਜੋਂ ਸ਼ਾਅ ਦਾ ਵਾਇਰਲੈਸ ਕਾਰੋਬਾਰ ਫਰੀडम ਮੋਬਾਈਲ ਕਿਊਬਿਕ ਆਧਾਰਿਤ ਵੀਡੀਓਟ੍ਰੋਨ ਨੂੰ ਵੇਚਿਆ ਜਾਵੇਗਾ। ਇਸ ਮਨਜ਼ੂਰੀ ਲਈ ਸਰਕਾਰ ਨੇ 21 ਸ਼ਰਤਾਂ ਲਗਾਈਆਂ ਹਨ, ਜੋ ਕਾਨੂੰਨੀ ਤੌਰ ਤੇ ਲਾਗੂ ਹੋਣ ਯੋਗ ਨੇ। ਸ਼ਰਤਾਂ ਵਿੱਚ ਇਹ ਵੀ ਸ਼ਾਮਿਲ ਹੈ ਕਿ ਵੀਡੀਓਟ੍ਰੋਨ ਅਜਿਹੇ ਪਲਾਨ ਦੀ ਪੇਸ਼ਕਸ਼ ਸ਼ੁਰੂ ਕਰੇਗਾ ਜੋ ਵਾਤਾਵਰਣ ਵਿੱਚ ਕਿਊਬਿਕ ਅੰਦਰ ਉਪਲਬਧ ਹਨ ਅਤੇ ਘੱਟੋ-ਘੱਟ ਇੱਕ ਦਹਾਕੇ ਤੱਕ ਵਾਇਰਲੈਸ ਸੰਪਤੀਆਂ ਨੂੰ ਕਿਸੇ ਹੋਰ ਨੂੰ ਨਹੀਂ ਵੇਚਿਆ ਜਾ ਸਕੇਗਾ। ਜਾਣਕਾਰੀ ਮੁਤਾਬਕ 2 ਸਾਲਾਂ ਦੇ ਅੰਦਰ ਜਿੱਥੇ ਵੀ ਫਰੀडम ਆਪਰੇਟ ਕਰ ਰਹੀ ਹੈ, ਉੱਥੇ 5G ਸੇਵਾਵਾਂ ਦੇਣੀਆਂ ਹੋਣਗੀਆਂ। ਮੈਨੀਟੋਬਾ ਵਿੱਚ MVNO ਦੇ ਰਾਹੀਂ ਸਰਵਿਸ ਦੀ ਪੇਸ਼ਕਸ਼ ਕਰਨੀ ਹੋਵੇਗੀ। ਮੌਜੂਦਾ ਫਰੀडम ਖਪਤਕਾਰਾਂ ਨੂੰ ਦਿੱਤੇ ਜਾਣ ਵਾਲੀ ਡਾਟਾ ਵਿੱਚ 10% ਵਾਧਾ ਕਰਨਾ ਹੋਵੇਗਾ। ਮਿਨਿਸਟਰ ਨੇ ਇਸ ਬਾਰੇ ਕਿਹਾ ਕਿ ਅੱਜ ਮੈਂ ਕੈਨੇਡੀਅਨਸ ਨੂੰ ਸੂਚਿਤ ਕਰ ਰਿਹਾ ਹਾਂ ਕਿ ਮੈਂ ਉਹਨਾਂ ਦੀ ਤਰਫੋਂ ਰੋਜਰਸ ਅਤੇ ਵੀਡੀਓਟ੍ਰੋਨ ਤੋਂ ਬੇਮਿਸਾਲ ਅਤੇ ਕਾਨੂੰਨੀ ਤੌਰ ਤੇ ਵਚਨਬੱਧਤਾਵਾਂ ਨੂੰ ਸੁਰੱਖਿਅਤ ਕੀਤਾ ਹੈ ਤੇ ਸਖਤ ਸ਼ਰਤਾਂ ਲਗਾਉਣ ਤੋਂ ਬਾਅਦ ਫਰੀडम ਮੋਬਾਈਲ ਦੇ ਸਪੈਕਟਰਮ ਲਾਇਸੈਂਸ ਵੀਡੀਓਟ੍ਰੋਨ ਨੂੰ ਟ੍ਰਾਂਸਫਰ ਕਰ ਦਿੱਤੇ ਜਾਣਗੇ। ਦੱਸ ਦਈਏ ਕਿ ਇਹਨਾਂ ਸ਼ਰਤਾਂ ਵਿੱਚ ਪੱਛਮੀ ਕੈਨੇਡਾ ਅੰਦਰ 3000 ਨੌਕਰੀਆਂ ਪੈਦਾ ਕਰਨਾ, ਇਸ ਦੇ ਬ੍ਰੌਡਬੈਂਡ ਅਤੇ ਵਾਇਰਲੈਸ ਨੈਟਵਰਕਾਂ ਦਾ ਵਿਸਥਾਰ ਕਰਨ ਵਾਸਤੇ ਅਰਬਾਂ ਡਾਲਰ ਖਰਚ ਕਰਨਾ ਤੇ ਗਾਹਕਾਂ ਨੂੰ ਘੱਟ ਲਾਗਤ ਵਾਲੀਆਂ ਨਵੀਆਂ ਯੋਜਨਾਵਾਂ ਦੀ ਪੇਸ਼ਕਸ਼ ਕਰਨਾ ਸ਼ਾਮਿਲ ਹੈ। ਮਿਨਿਸਟਰ ਨੇ ਇਸ ਬਾਰੇ ਸਾਰੀ ਡਿਟੇਲ ਜਨਤਕ ਕੀਤੀ। ਸਿਹਤ ਨੂੰ ਲੈ ਕੇ ਵਿੱਤ ਮੰਤਰੀ ਦਾ ਬਿਆਨ ਸਾਹਮਣੇ ਆਇਆ। ਫੈਡਰਲ ਸਰਕਾਰ ਵੱਲੋਂ ਹਾਲ ਹੀ ਵਿੱਚ ਆਪਣਾ ਬਜਟ ਪੇਸ਼ ਕੀਤਾ ਗਿਆ, ਜਿਸ ਵਿੱਚ ਸਿਹਤ ਨੂੰ ਲੈ ਕੇ ਵੀ ਅਪਡੇਟਸ ਸਾਹਮਣੇ ਆਈਆਂ। ਹੁਣ ਵਿੱਤ ਮੰਤਰੀ ਦਾ ਇਸ ਬਾਰੇ ਕੀ ਕਹਿਣਾ ਹੈ, ਤੁਹਾਨੂੰ ਸੁਣਾਵਾਂਗੇ ਉਹਨਾਂ ਦੀ ਜ਼ੁਬਾਨੀ। ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਸਿਹਤ ਦੇ ਮੁੱਦੇ ਦੇ ਉੱਪਰ ਆਪਣਾ ਪੱਖ ਰੱਖਦੇ ਹੋਏ ਦਿਖਾਈ ਦਿੱਤੇ। ਵੈਨਕੂਵਰ ਵਿੱਚ ਉਹ ਮੌਜੂਦ ਸਨ, ਜਿੱਥੇ ਉਹਨਾਂ ਵੱਲੋਂ ਨਿਊਜ਼ ਕਾਨਫਰੰਸ ਦੇ ਰਾਹੀਂ ਕਾਫੀ ਗੱਲਾਂ ਦਾ ਜ਼ਿਕਰ ਕੀਤਾ ਗਿਆ। ਖਾਸ ਤੌਰ ਤੇ ਉੱਪਰ ਉਹਨਾਂ ਨੇ ਧਿਆਨ ਦਿਵਾਇਆ ਹੈ ਜੋ ਕਿ ਫੈਡਰਲ ਸਰਕਾਰ ਵੱਲੋਂ ਹਾਲ ਹੀ ਵਿੱਚ ਬਜਟ ਪੇਸ਼ ਕੀਤਾ ਗਿਆ। Community health centers like this one are essential to keeping Canadians healthy, and health workers like the ones I had the privilege to hear from today are on the front lines of our public healthcare system. And I just really want to say to everyone who I heard from today, to the people who are here with me, I really, really value what you do. The government really, really values what you do. I know that all Canadians really, really appreciate and admire and are grateful for your work and the care that you give all of us every single day. And so I just really wanted to start by saying to the healthcare workers I met today, you do a really hard job. You do a really important job keeping the people of Vancouver safe and healthy. So let me just start by saying thank you very, very much. Here in BC, this additional investment means an additional $28.5 billion for public health care over the next 10 years. That's $28.5 billion to ensure British Columbians have access to family doctors and nurse practitioners, to provide better access to mental health services, to tackle the unacceptable backlog of surgeries, and to ensure that every single person in this great province, in beautiful British Columbia, receives the care they need. And just as we reinforce our public healthcare system, we're also extending its reach. With a plan to provide dental care for millions of Canadians, we will ensure that no one has to choose between paying the bills and taking care of their teeth. Today in Canada,
you can tell the size of someone's paycheck by their smile. ਸਦਨ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੇ ਉੱਪਰ ਕਈ ਸਵਾਲ ਖੜੇ ਕੀਤੇ ਗਏ ਨੇ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਇਸ ਬਾਰੇ ਆਪਣਾ ਪੱਖ ਰੱਖਦੇ ਹੋਏ ਦਿਖਾਈ ਦਿੱਤੇ ਤੇ ਉਹਨਾਂ ਵੱਲੋਂ ਟਰੂਡੋ ਸਰਕਾਰ ਦੇ ਉੱਪਰ ਇੱਕ ਵਾਰ ਫਿਰ ਤੋਂ ਚੋਣਾਂ ਵਿੱਚ ਹੋਈ ਵਿਦੇਸ਼ੀ ਦਖਲਅੰਦਾਜ਼ੀ ਨੂੰ ਲੈ ਕੇ ਨਿਸ਼ਾਨੇ ਸਾਧੇ। ਸਦਨ ਵਿੱਚ ਵਿਰੋਧੀ ਧਿਰ ਦੇ ਲੀਡਰ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਘੇਰਿਆ ਗਿਆ ਹੈ। ਚੋਣਾਂ ਵਿੱਚ ਹੋਈ ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ ਇੱਕ ਵਾਰ ਫਿਰ ਤੋਂ ਉਹਨਾਂ ਨੇ ਚੁੱਕਿਆ ਤੇ ਇਸ ਬਾਰੇ ਆਪਣਾ ਪੱਖ ਰੱਖਦੇ ਹੋਏ ਉਹ ਦਿਖਾਈ ਦਿੱਤੇ। ਕੀ ਕਹਿਣਾ ਹੈ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। So for the Emergencies Act Commission, they named a Liberal staffer as the independent commissioner. For the foreign interference rapporteur, they named the Prime Minister's ski buddy and member of the Trudeau Foundation. And now they needed someone to be the ethics commissioner, so they named a Liberal minister's sister-in-law to that position of independent ethics commissioner. The same minister who's already been found guilty of violating the law. Mr. Speaker, when is this Liberal government going to run out of family and friends to name as independent officers? The Honourable Government House Leader. Mr. Speaker, the ski buddy that the honourable member refers to is David Johnston. An eminent Canadian who actually Stephen Harper chose to be Governor General of this country, and who he stood in his place and commended as being a good choice and one that was appropriate as Governor General. To suggest that David Johnston doesn't have in his heart the best interests of Canada as he looks at the issue of foreign interference is ridiculous. With respect to the position that he has just referred to on the interim ethics commissioner, again, this was somebody who's been in that office for 10 years, who came in when Stephen Harper was in office and is second in command in that office. The Honourable Leader of the Opposition. You can almost imagine the conversation between the Liberal Intergovernmental Affairs Minister, who was found guilty of breaking the ethics law, and the Prime Minister, who's twice been found guilty of breaking the ethics law, saying, how are we going to quit getting found guilty? I know, we'll appoint my sister-in-law as the ethics commissioner. What a plan. It is foolproof, Mr. Speaker. My question, though, is when are they, the problem is pretty soon they're going to run out of family and friends, and after they do, how are they going to avoid their next conviction for breaking the law? ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਡੈਂਟਲ ਕੇਅਰ ਪ੍ਰੋਗਰਾਮ ਦੀ ਗੱਲ ਕੀਤੀ ਗਈ ਹੈ। ਪਿਛਲੇ ਦਿਨੀ ਫੈਡਰਲ ਸਰਕਾਰ ਨੇ ਆਪਣਾ ਬਜਟ ਪੇਸ਼ ਕੀਤਾ, ਜਿਸ ਵਿੱਚ ਡੈਂਟਲ ਕੇਅਰ ਪ੍ਰੋਗਰਾਮ ਵਾਸਤੇ ਵੀ ਐਲਾਨ ਕੀਤਾ ਗਿਆ। ਪ੍ਰਧਾਨ ਮੰਤਰੀ ਵੱਲੋਂ ਇਸ ਦੌਰਾਨ ਕੀ ਕੁਝ ਕਿਹਾ ਗਿਆ, ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੈਲਥ ਸਾਇੰਸ ਦੇ ਬਾਰੇ ਗੱਲ ਕਰਦੇ ਹੋਏ ਦਿਖਾਈ ਦਿੱਤੇ। ਉਹ ਨਿਊ ਬਰਨਸਵਿਕ ਵਿੱਚ ਮੌਜੂਦ ਸਨ, ਜਿੱਥੇ ਵਿਚਾਰਾਂ ਦੀ ਸਾਂਝ ਪਾਈ ਗਈ ਹੈ। ਸਰਕਾਰ ਵੱਲੋਂ ਡੈਂਟਲ ਕੇਅਰ ਪ੍ਰੋਗਰਾਮ ਨੂੰ ਲੈ ਕੇ ਹੁਣ ਕੀ ਕਦਮ ਚੁੱਕੇ ਜਾ ਰਹੇ ਨੇ, ਇਸ ਬਾਰੇ ਪ੍ਰਧਾਨ ਮੰਤਰੀ ਨੇ ਆਪਣੇ ਵਿਚਾਰ ਦੱਸੇ ਹਨ। Coverage for uninsured Canadians with family incomes under $90,000 a year. And if you or your family makes under $70,000 a year, costs will be fully covered. The plan will begin to roll out by the end of 2023, and once fully implemented, will help up to 9 million Canadians afford to see a dentist. This is a major investment that builds on the Canada Dental benefit that's already helping families afford dental care for kids under 12. More than 250,000 kids have already gotten support for this program, which is why it's so disappointing that Conservative politicians voted against it. Programs like this are for Canadians like May and Michael, who work hard and want to be able to provide the very best for their family. And that's what our budget is about. We hope all parliamentarians will do the right thing and help us pass legislation with the new grocery rebate quickly, so the Canadians who need support can get it as soon as possible. We're cracking down on junk fees and hidden fees, lowering credit card fees for small businesses, and increasing federal student loans and grants. I was talking with some of the dental hygienist students here at Olton, and I reminded them, and can remind any other students and apprentices, that starting tomorrow, the government will have permanently eliminated interest on all Canada student loans and Canada apprentice loans, including those currently being repaid. We announced this last fall, but we passed legislation so that Canadians get this support. Most importantly, it'll make it more affordable for people to get the skills and education they need to build the careers they want and our economy needs to grow.
ਅਮਰੀਕਾ ਤੋਂ ਭਾਰਤੀਆਂ ਦਾ ਸ਼ਰਮਨਾਕ ਕਾਰਾ ਸਾਹਮਣੇ ਹੈ, ਜਿੱਥੇ ਬਜ਼ੁਰਗ ਨਾਲ ਧੋਖਾ ਕੀਤਾ ਗਿਆ। ਬਜ਼ੁਰਗ ਤੋਂ ਲੱਖਾਂ ਡਾਲਰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਪੁਲਿਸ ਨੇ ਇਹਨਾਂ 2 ਭਾਰਤੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। 2 ਭਾਰਤੀਆਂ ਨੇ ਅਮਰੀਕਾ ਵਿੱਚ ਕੁਝ ਅਜਿਹਾ ਕਾਰਾ ਕੀਤਾ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਬਜ਼ੁਰਗ ਔਰਤ ਨਾਲ $1 ਲੱਖ ਤੋਂ ਵੱਧ ਦੀ ਠੱਗੀ ਕੀਤੀ ਗਈ ਹੈ ਤੇ ਇਸ ਵਿੱਚ 2 ਭਾਰਤੀਆਂ ਦਾ ਨਾਮ ਸਾਹਮਣੇ ਆਇਆ, ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ, ਜਿੱਥੇ ਉਹਨਾਂ ਨੇ ਦੱਸਿਆ ਕਿ ਅਮਰੀਕਾ ਦੇ ਮਾਸਾਚੂਸੇਟਸ ਸੂਬੇ ਵਿੱਚ ਇੱਕ 78 ਸਾਲਾ ਔਰਤ ਤੋਂ ਕੰਪਿਊਟਰ ਵਾਇਰਸ ਘੁਟਾਲੇ ਰਾਹੀਂ $1 ਲੱਖ ਤੋਂ ਵੱਧ ਦੀ ਠੱਗੀ ਕੀਤੀ ਗਈ ਹੈ, ਜਿਸ ਵਿੱਚ 2 ਭਾਰਤੀ ਮੂਲ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹੜੇ 2 ਭਾਰਤੀ ਗ੍ਰਿਫਤਾਰ ਕੀਤੇ ਗਏ, ਉਹਨਾਂ ਵਿੱਚੋਂ ਇੱਕ ਦਾ ਨਾਮ ਨਿਕਿਤ ਐਸ ਯਾਦਵ ਅਤੇ ਦੂਸਰੇ ਦਾ ਰਾਜ ਵਿਪਲ ਪਾਟਿਲ ਹੈ, ਜਿਨ੍ਹਾਂ ਨੇ ਇੱਕ ਕੰਪਿਊਟਰ ਵਾਇਰਸ ਸਕੀਮ ਚਲਾਈ ਸੀ ਤੇ ਉਸ ਰਾਹੀਂ ਠੱਗੀ ਕੀਤੀ ਜਾ ਰਹੀ ਸੀ। ਇਹਨਾਂ ਵੱਲੋਂ ਪੀੜਤਾਂ ਤੋਂ ਉਸਦੇ ਕੰਪਿਊਟਰ ਤੋਂ ਚੀਜ਼ਾਂ ਨੂੰ ਹਟਾਉਣ ਦੀ ਫੰਡ ਮੰਗੀ ਜਾ ਰਹੀ ਸੀ। ਪੀੜਤਾਂ ਨੇ ਪਿਛਲੇ ਹਫ਼ਤੇ ਆਪਣੇ ਕੰਪਿਊਟਰ ਦੀ ਸਮੱਸਿਆ ਦੇ ਹੱਲ ਵਾਸਤੇ ਇੱਕ ਤਕਨੀਕੀ ਸਹਾਇਤਾ ਨੰਬਰ ਤੇ ਕਾਲ ਕੀਤੀ। ਪੁਲਿਸ ਨੇ ਬਿਆਨ ਵਿੱਚ ਦੱਸਿਆ ਕਿ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਪੀੜਤਾਂ ਤੋਂ ਪੈਸੇ ਲੈਣ ਵਾਸਤੇ ਉਹਨਾਂ ਦੇ ਘਰ ਆਏ। ਦੋਵਾਂ ਤੇ ਸਾਜ਼ਿਸ਼ ਰਚਣ ਅਤੇ ਲੁੱਟ ਦਾ ਦੋਸ਼ ਲਗਾਇਆ ਗਿਆ। ਪੁਲਿਸ ਵੱਲੋਂ ਇਸ ਘਟਨਾ ਦੀ ਵਧੇਰੇ ਜਾਂਚ ਕੀਤੀ ਜਾ ਰਹੀ ਹੈ, ਪਰ ਅਜੇ ਉਹਨਾਂ ਨੇ ਪੀੜਤਾਂ ਦੇ ਨਾਮ ਜਨਤਕ ਨਹੀਂ ਕੀਤੇ। ਅਮਰੀਕਾ ਬਾਰਡਰ ਦੇ ਨੇੜੇ ਇੱਕ ਹਾਦਸਾ ਵਾਪਰਿਆ ਸੀ, ਜਿੱਥੇ ਅੱਗ ਲੱਗਣ ਕਾਰਨ ਕਈ ਪ੍ਰਵਾਸੀਆਂ ਦੀ ਜਾਨ ਚਲੀ ਗਈ ਤੇ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਜ਼ਖਮੀ ਹੋਏ। ਹੁਣ ਅਧਿਕਾਰੀਆਂ ਨੇ ਕਾਰਵਾਈ ਕੀਤੀ ਹੈ ਤੇ 5 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਅਮਰੀਕਾ ਦੀ ਸਰਹੱਦ ਨੇੜੇ ਜੋ ਇੱਕ ਵੱਡਾ ਹਾਦਸਾ ਵਾਪਰਿਆ ਸੀ, ਉਸ ਸੰਬੰਧੀ ਅਧਿਕਾਰੀਆਂ ਨੇ ਕਾਰਵਾਈ ਕੀਤੀ ਤੇ 5 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਜੀ ਹਾਂ, ਅਮਰੀਕਾ ਦੇ ਬਾਰਡਰ ਨੇੜਿਓਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਜਿਹੜੀ ਥਾਂ ਤੇ ਪ੍ਰਵਾਸੀਆਂ ਨੂੰ ਰੱਖਿਆ ਗਿਆ, ਉੱਥੇ ਅੱਗ ਲੱਗ ਗਈ। ਅੱਗ ਦੀ ਲਪੇਟ ਵਿੱਚ ਆਉਣ ਕਾਰਨ ਘੱਟੋ-ਘੱਟ 39 ਲੋਕਾਂ ਦੀ ਜਾਨ ਚਲੀ ਗਈ ਤੇ ਕਈ ਲੋਕ ਜ਼ਖਮੀ ਵੀ ਦੱਸੇ ਗਏ। ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ 3 ਇਮੀਗ੍ਰੇਸ਼ਨ ਅਧਿਕਾਰੀ ਅਤੇ 2 ਨਿੱਜੀ ਸੁਰੱਖਿਆ ਗਾਰਡਾਂ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ। ਮੈਕਸੀਕੋ ਦੀ ਜਨਤਕ ਸੁਰੱਖਿਆ ਸਕੱਤਰ ਰੋਜ਼ਾ ਨੇ ਕਿਹਾ ਕਿ ਜਾਂਚ ਅਧੀਨ 6 ਤੋਂ 5 ਗ੍ਰਿਫਤਾਰੀ ਵਾਰੰਟ ਪਹਿਲਾਂ ਹੀ ਲਾਗੂ ਕੀਤੇ ਜਾ ਚੁੱਕੇ ਸਨ। 28 ਮਾਰਚ ਨੂੰ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਮੈਕਸੀਕਨ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਪ੍ਰਵਾਸੀਆਂ ਲਈ ਇੱਕ ਹਿਰਾਸਤ ਕੇਂਦਰ ਵਿੱਚ ਅੱਗ ਲੱਗ ਗਈ ਸੀ। ਮੈਕਸੀਕੋ ਦੇ ਰਾਸ਼ਟਰਪਤੀ ਮੁਤਾਬਕ ਦੇਸ਼ ਨਿਕਾਲੇ ਦੇ ਵਿਰੋਧ ਵਿੱਚ ਬੰਦੀਆਂ ਨੇ ਖੁਦ ਕੇਂਦਰ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਕਿਹਾ ਗਿਆ ਕਿ 5 ਗ੍ਰਿਫਤਾਰੀ ਵਾਰੰਟ ਪਹਿਲਾਂ ਹੀ ਲਾਗੂ ਕਰ ਦਿੱਤੇ ਗਏ, ਜਦੋਂ ਕਿ ਇੱਕ ਹੋਰ ਵਿਅਕਤੀ ਪਕੌੜਾ ਹੈ, ਜਿਸ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਮੰਤਰੀ ਮੁਤਾਬਕ 3 ਇਮੀਗ੍ਰੇਸ਼ਨ ਅਫਸਰਾਂ, 2 ਨਿੱਜੀ ਸੁਰੱਖਿਆ ਗਾਰਡਾਂ ਅਤੇ ਅੱਗ ਲਗਾਉਣ ਦੇ ਦੋਸ਼ੀ ਇੱਕ ਪ੍ਰਵਾਸੀ ਵਿਰੁੱਧ ਵਾਰੰਟ ਜਾਰੀ ਕੀਤੇ ਗਏ ਸਨ। ਦੱਸ ਦਈਏ ਕਿ ਇਸ ਅੱਗ ਵਿੱਚ ਘੱਟੋ-ਘੱਟ 39 ਲੋਕਾਂ ਦੀ ਜਾਨ ਚਲੀ ਗਈ ਤੇ 28 ਜ਼ਖਮੀ ਹੋਏ। ਸਾਰੇ ਪੀੜਤਾਂ ਦੀ ਪਹਿਚਾਣ ਕੀਤੀ ਗਈ। ਇਹਨਾਂ ਵਿੱਚੋਂ ਜ਼ਿਆਦਾਤਰ ਗੁਆਟੇਮਾਲਾ, ਵੈਨੇਜ਼ੁਏਲਾ, ਸਲਵਾਡੋਰ ਅਤੇ ਕੋਲੰਬੀਆ ਦੇ ਨਾਲ ਜੁੜੇ ਹੋਏ ਲੋਕ ਸਨ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅੰਮ੍ਰਿਤਪਾਲ ਸਿੰਘ ਦੇ IP ਐਡਰੈਸ ਹੋਏ ਟ੍ਰੇਸ, ਪੰਜਾਬ ਦੇ ਡੇਰਿਆਂ ਤੇ ਛਾਪੇਮਾਰੀ, ਸੜਕਾਂ ਤੇ ਆਏ ਅੰਤਰਰਾਸ਼ਟਰੀ ਵਿਦਿਆਰਥੀ ਮੰਗੇ ਹੱਕ, ਕੈਨੇਡਾ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ। ਮਿਨੀਮਮ ਵੇਜ ਵਿੱਚ ਵਾਧੇ ਦਾ ਐਲਾਨ, ਹੁਣ $16.55 ਪ੍ਰਤੀ ਘੰਟਾ ਹੋਵੇਗੀ ਮਿਨੀਮਮ ਵੇਜ। ਕੈਨੇਡਾ ਬਾਰਡਰ ਨੇੜਿਓਂ ਮਿਲੀਆਂ 6 ਲਾਸ਼ਾਂ, ਅਧਿਕਾਰੀਆਂ ਨੇ ਦਿੱਤੀ ਜਾਣਕਾਰੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੀਲਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।